हाँ जी, इटली ਦੇ ਏਕੀਕਰਨ ਨੂੰ ਦਿਖਾਉਣ ਵਾਸਤੇ ਸਭ ਤੋਂ ਪਹਿਲਾਂ ਇਟਲੀ ਦੇ ਮੈਪ ਨੂੰ ਅਸੀਂ 3 ਹਿੱਸਿਆਂ ਵਿੱਚ ਡਿਵਾਈਡ ਕਰਾਂਗੇ। ਲਾਈਨ ਜਿੱਥੋਂ ਲਈ ਜਾ ਰਹੀ ਹੈ ਉਹ ਧਿਆਨ ਰੱਖਿਓ, ਆ ਜਗ੍ਹਾ ਹੈ ਸਾਰਡੀਨੀਆ ਤੋਂ ਉੱਪਰ। ਜਿਹੜਾ ਵਾਈਟ ਵਾਲਾ ਪੋਰਸ਼ਨ ਨੀਚੇ ਦੇਖ ਰਹੇ ਛੋਟਾ ਟਾਪੂ, ਇਹ ਸਾਰਡੀਨੀਆ ਸੀ। ਇਟਲੀ ਦੇ ਵਿੱਚੋਂ ਕ੍ਰਾਸ ਹੁੰਦੇ ਹੋਏ ਇਸ ਜਗ੍ਹਾ ਤੋਂ ਲੈਂਦੇ ਹੋਏ देखो हुण साडा मैप जिहड़ा है वो 3 हिस्से च डिवाइड हो चुके हैं। इटली के उपर एक छोटा जिहा राज है स्विट्जरलैंड। स्विट्जरलैंड यूरोप का एक छोटा जिहा देश। उपर एक तरफ बनाना सी ऑस्ट्रियन साम्राज्य, ऑस्ट्रिया हंगरी। हंगरी भी ऑस्ट्रियन साम्राज्य का ही पार्ट सी। नीचे अफ्रीका महाद्वीप है। इस तरफ बनाना है असी अड्रियाटिक सागर। अड्रियाटिक सागर इधर भूमध्य सागर। नीचे ओनियन सागर। अखर थोड़े वड्डे रखने हैं ਅਤੇ ਸਿੱਧੇ ਲਿਖਣੇ ਹਨ ਤਾਂ ਕਿ ਮੈਪ ਪੜ੍ਹਿਆ ਬੜੇ ਵਧੀਆ ਢੰਗ ਨਾਲ ਜਾਵੇ। ਪੀਡਮਾਂਟ ਸਾਰਡੀਨੀਆ ਦੀ ਅਗਵਾਈ ਹੇਠ ਇਟਲੀ ਦਾ ਏਕੀਕਰਨ ਹੋਇਆ ਸੀ ਅਤੇ ਆ ਜਿਹੜਾ ਨੀਚੇ ਸਾਰਡੀਨੀਆ ਹੈ ਇਹ ਵੀ ਪੀਡਮਾਂਟ ਦੇ ਰਾਜ ਦਾ ਹੀ ਪਾਰਟ ਸੀ। ਇਸ ਕਰਕੇ ਅਸੀਂ ਇਸ ਦਾ ਨਾਮ ਇਸ ਤਰੀਕੇ ਨਾਲ ਲਿਖਾਂਗੇ, ਪੀਡਮਾਂਟ। सार्डिनिया का राज, ये टापू भी पीडमांट के राज का ही एक हिस्सा है जो कि इस मैप में दिखाया जा रहा है। इत्थे असीं दिखावांगे पीडमांट की राजधानी जिसका नाम सी ट्यूरिन। उस तो बाद जिमें जिमें इटली के जिहड़े जिहड़े राज से जिहड़े जिहड़े साल पीडमांट के राज का हिस्सा बने असीं उन्हां दे नाम लिखांगे ते नाल नाल उन्हां दे थल्ले वो साल पावांगे। यह है जिनेवा का छोटा जिहा जो कि गणतंत्री राज सी, पर वियना कांग्रेस तो बाद 1815 विच ये भी पीडमांट के राज का हिस्सा बन गया सी। हुण देखो जे तुसीं जिनेवा बनाया उस तो बाद इस स्विट्जरलैंड तो हेठा जिहड़ा पॉइंट है उत्थों तुसीं लेना है मिलान का नगर बनाना है। ये लंबार्डी राज का हिस्सा सी अते लंबार्डी पीडमांट राज का हिस्सा बनिया सी 1859 दे विच। हुण ये सारे एरिया एक दूसरे तो वख करने हैं तो असीं बनावांगे परमा दी डची। ये मध्य इटली के राज सी जो असीं बनाउण लगे हां, जिहड़े 1860 विच पीडमांट राज का हिस्सा बने सी। परमा, देखो परमा बनाया तो परमा दे नाल पहला हमेशा असी लाइट ही ड्रॉ करना है क्योंकि इक्को बारी जे असी डार्क लाइन पा दिंदे हां तां बाद विच ओवरराइट लगता है तो सही नहीं लगता। जे सानू इरेज करना पै जाए तो मिलान, मिलान तो थल्ले परमा दी डची ਅਤੇ ਮੋਡੇਨਾ। ਪਰਮਾ ਅਤੇ ਮੋਡੇਨਾ ਜੋ ਕਿ 1860 ਦੇ ਵਿੱਚ ਪੀਡਮਾਂਟ ਦੇ ਰਾਜ ਦਾ ਪਾਰਟ ਬਣੇ ਸੀ। ਹੁਣ ਇਹਨੂੰ ਇੱਥੋਂ ਵੱਖਰਾ ਕਰਾਂਗੇ, ਇਸ ਤਰੀਕੇ ਨਾਲ ਵੱਖਰਾ ਕਰਤਾ। देखो परमा मडोना लंबार्डी अलग अलग दिसने शुरू हो गए। एक होर राज वेनेशिया जो कि
ਆਸਟਰੀਆ ਦੇ ਰਾਜ ਦਾ ਹਿੱਸਾ ਸੀ ਤੇ ਉਹਦਾ ਇੱਕ ਛੋਟਾ ਜਿਹਾ ਇੱਕ ਹੋਰ ਰਾਜ ਸੀ ਉਹਦੇ ਵਿੱਚ, ਵੈਨਿਸ, ਜੋ ਕਿ ਕਦੀ ਗਣਤੰਤਰੀ ਰਾਜ ਹੁੰਦਾ ਸੀ। ਇਹ ਜਿਹੜਾ ਹਿੱਸਾ ਮੈਂ ਤਿਆਰ ਕਰ ਰਹੀ ਹਾਂ ਇਸ ਮੈਪ ਦੇ ਵਿੱਚ, ਇਹ ਟ੍ਰੈਂਟੀਨੋ ਨਗਰ, ਜੋ ਕਿ ਹੈ ਤਾਂ ਇਟਲੀ ਦਾ ਨਗਰ ਸੀ, ਅਤੇ ਜਦੋਂ ਇਟਲੀ ਦਾ ਏਕੀਕਰਨ 1870 ਵਿੱਚ ਹੋਇਆ ਹੈ ਤਾਂ ਇਹ ਰਾਜ ਉਸ ਸਮੇਂ ਵੀ ਇਟਲੀ ਨੂੰ ਨਹੀਂ ਮਿਲਿਆ ਸੀ। ਇਹ ਫਸਟ ਵਰਲਡ ਵਾਰ ਤੋਂ ਬਾਅਦ ਇਹ ਦੋ ਏਰੀਆ ਸੀ ਜੋ ਕਿ ਆਸਟਰੀਆ ਤੋਂ ਇਟਲੀ ਨੂੰ ਪ੍ਰਾਪਤ ਹੋਏ ਸੀ, ਪਰ ਇਟਲੀ ਦੇ ਏਕੀਕਰਨ ਦੇ ਮੇਨ ਜਿਹੜਾ ਸਾਲ ਹੈ ਉਸ ਸਮੇਂ ਪ੍ਰਾਪਤ ਨਹੀਂ ਹੋਏ ਸੀ। ਟ੍ਰੈਂਟੀਨੋ ਨੂੰ ਹੁਣ ਲੰਬਾਰਡੀ ਤੋਂ ਅਲੱਗ ਕਰਾਂਗੇ ਅਸੀਂ, ਮਿਲਾਨ ਤੱਕ ਆਏ ਅਤੇ ਇਸ ਪੁਆਇੰਟ ਤੋਂ ਲੈ ਕੇ ਇੱਧਰ ਇਹ ਵੈਨੇਸ਼ੀਆ, ਜਿਹਨੂੰ ਵੈਨੇਜ਼ੀਆ ਵੀ ਕਿਹਾ ਜਾਂਦਾ ਹੈ, ਵੈਨੇਸ਼ੀਆ ਰਾਜ ਵੱਖਰਾ ਹੋ ਗਿਆ। ਵੈਨੇਸ਼ੀਆ। ਆਸਟਰੀਆ ਪ੍ਰਸ਼ੀਆ ਯੁੱਧ ਤੋਂ ਬਾਅਦ ਪ੍ਰਸ਼ੀਆ ਦਾ ਸਾਥ ਦੇਣ ਦੇ ਬਦਲੇ ਇਹ ਰਾਜ 1866 ਦੇ ਵਿੱਚ ਪੀਡਮਾਂਟ ਨੂੰ ਪ੍ਰਾਪਤ ਹੋਇਆ ਸੀ। ਹੁਣ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਮੱਧ ਇਟਲੀ ਦੇ ਹੋਰ ਰਾਜ, ਪਰਮਾ ਤੇ ਮੈਡੋਨਾ ਤੋਂ ਬਾਅਦ। ਸਾਡਾ ਮੈਪ ਹੁਣ ਅੱਗੇ ਵੱਧ ਰਿਹਾ ਹੋਰ। ਇਹ ਹੈ ਲੂਕਾ ਦਾ ਇੱਕ ਛੋਟਾ ਜਿਹਾ ਰਾਜ ਜੋ ਕਿ ਮੱਧ ਇਟਲੀ ਦੇ ਟਸਕਨੀ ਰਾਜ ਦਾ ਇੱਕ ਪਾਰਟ ਸੀ। ਦੇਖੋ ਟਸਕਨੀ ਕਿਵੇਂ ਬਣਾਉਣਾ ਹੈ, ਜਿਹੜੀ ਲਾਈਨ ਖਿੱਚੀ ਹੈ ਦੇਖੋ ਉੱਥੋਂ ਹੀ ਤੁਸੀਂ ਆਈਡੀਆ ਲੈ ਕੇ ਇਹਨੂੰ ਇਸ ਪੁਆਇੰਟ ਨੂੰ ਇਸ ਢੰਗ ਨਾਲ ਡਰਾ ਕਰਨਾ ਹੈ। 2-3 ਵਾਰ ਇਹਦੀ ਪ੍ਰੈਕਟਿਸ ਕਰਨ ਨਾਲ ਤੁਸੀਂ ਆਰਾਮ ਨਾਲ ਇਹਨੂੰ ਡਰਾ ਕਰ ਪਾਓਗੇ, ਕੋਈ ਜ਼ਿਆਦਾ ਮੁਸ਼ਕਿਲ ਆਕ੍ਰਿਤੀ ਨਹੀਂ ਹੈ ਇਹ ਟਸਕਨੀ। ਇਹ ਵੀ 1860 ਦੇ ਵਿੱਚ ਪੀਡਮਾਂਟ ਦਾ ਰਾਜ ਦਾ ਪਾਰਟ ਬਣ ਗਿਆ ਸੀ, ਅਤੇ ਇਸ ਦਾ ਇੱਕ ਮਹੱਤਵਪੂਰਨ ਨਗਰ ਸੀ ਫਲੋਰੈਂਸ। ਪੁਨਰ ਜਾਗਰਣ ਕਾਲ ਦੇ ਮਹੱਤਵਪੂਰਨ ਜਿਹੜੇ ਵਿਦਵਾਨ ਸੀ, ਬੜੇ ਮਸ਼ਹੂਰ ਵਿਦਵਾਨ ਸੀ, ਉਹ ਇਸੇ ਨਗਰ ਦੇ ਰਹਿਣ ਵਾਲੇ ਸੀ, ਫਲੋਰੈਂਸ। ਮੱਧ ਇਟਲੀ ਦੇ ਕੁਝ ਹੋਰ ਰਾਜ ਵੀ ਅਸੀਂ ਇਹਦੇ ਵਿੱਚ ਲਿਖਾਂਗੇ, ਬਲੋਗਨਾ, ਰੋਮੈਗਨਾ, ਸਾਲ ਉਹੀਓ ਪਾਵਾਂਗੇ 1860, ਕਿਉਂਕਿ ਇੱਥੇ ਜਨਮਤ ਕਰਵਾਇਆ ਗਿਆ ਸੀ ਅਤੇ ਇਹਨਾਂ ਨੇ ਖੁਦ ਹੀ ਕਿਹਾ ਸੀ, ਇਹਨਾਂ ਰਾਜਾਂ ਨੇ, ਕਿ ਅਸੀਂ ਪੀਡਮਾਂਟ ਰਾਜ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਅੰਬਰੀਆ 1860। ਹੁਣ ਦੇਖੋ ਆਹ ਜਿਹੜੀ ਨੀਚੇ ਵਾਲੀ ਲਾਈਨ ਅਸੀਂ ਖਿੱਚੀ ਸੀ, ਇਸ ਲਾਈਨ ਦੇ ਜਦੋਂ ਇਟਲੀ ਦੇ ਨਕਸ਼ੇ ਦੇ ਵਿੱਚ ਦੇਖਦੇ ਹਾਂ ਤਾਂ ਖੱਬੇ ਪਾਸੇ ਅਸੀਂ ਰੋਮ ਡਰਾ ਕਰ ਦੇਣਾ ਹੈ, ਅਤੇ ਇੱਕ ਰੋਮ ਦਾ ਪੁਆਇੰਟ ਬਣਾ ਦੇਣਾ ਹੈ। ਸੰਯੁਕਤ ਇਟਲੀ ਦੀ ਰਾਜਧਾਨੀ ਸੀ, ਇਸ ਕਰਕੇ ਇਸ ਦਾ ਪੁਆਇੰਟ ਵੀ ਥੋੜ੍ਹਾ ਜਿਹਾ ਵੱਖਰਾ ਜਿਹਾ ਬਣਾਤਾ ਹੈ, ਰੋਮ, ਕਿਉਂਕਿ ਇਹਦੇ ਉੱਤੇ ਪੋਪ ਦਾ ਰਾਜ ਸੀ, ਰੋਮਨ ਕੈਥੋਲਿਕ ਚਰਚ ਦਾ ਮਹੱਤਵਪੂਰਨ ਕੇਂਦਰ ਸੀ, ਰੋਮਨ ਕੈਥੋਲਿਕ ਧਰਮ ਦੇ ਲੋਕ ਜਿਹੜੇ ਸੀ ਉਹਨਾਂ ਦਾ ਮੇਨ ਅਸਥਾਨ ਸੀ, ਅਤੇ ਇਹਦੇ ਉੱਤੇ ਪੀਡਮਾਂਟ ਦਾ ਅਧਿਕਾਰ ਹੋਇਆ ਸੀ 1870 ਦੇ ਵਿੱਚ। ਹੁਣ ਰੋਮ ਨੂੰ ਅਸੀਂ ਦੱਖਣੀ ਇਟਲੀ ਦੇ ਰਾਜਾਂ ਤੋਂ ਅਲੱਗ ਕਰਾਂਗੇ। ਦੇਖੋ ਆਹ 2 ਪੁਆਇੰਟ ਹੈ, ਆਹ ਤੀਸਰਾ ਪੁਆਇੰਟ ਹੈ। ਇੱਥੋਂ ਅਸੀਂ ਸਟੈਪ ਬਣਾਉਣੇ ਸ਼ੁਰੂ ਕਰਨੇ ਹੈ ਅਤੇ ਇਸ ਆਹ ਉਭਰੇ ਪੁਆਇੰਟ ਤੱਕ ਜਾਣਾ ਹੈ, ਸਟੈਪ ਬਣਾਉਂਦੇ ਹੋਏ। ਜਿਵੇਂ ਉੱਪਰ ਗਏ ਐਮ ਦੀ ਆਕ੍ਰਿਤੀ ਬਣਾਈ, ਫਿਰ ਐਮ ਦੀ ਆਕ੍ਰਿਤੀ ਬਣਾਈ, ਫਿਰ ਉੱਪਰ ਗਏ ਇੱਕ ਐਮ ਵਰਗੀ ਆਕ੍ਰਿਤੀ ਬਣਾਈ, ਉੱਪਰ ਚਲੇ ਗਏ। ਡਾਰਕ ਕਰ ਲਿਆ ਇਹਨੂੰ। ਹਾਂਜੀ, ਹੁਣ ਬਣਾਉਣਾ ਅਸੀਂ ਨੇਪਲਸ ਦਾ ਪੁਆਇੰਟ। ਆਹ ਸਾਡਾ ਨੇਪਲਸ ਦਾ ਪੁਆਇੰਟ। ਨੇਪਲਸ ਅਤੇ ਸਿਸਲੀ, ਇਹ ਉਹ 2 ਏਰੀਆ ਸੀ ਜਿਨ੍ਹਾਂ ਦੇ ਉੱਪਰ 1860 ਦੇ ਵਿੱਚ ਗੈਰੀਬਾਲਡੀ ਨਾਮ ਦੇ ਦੇਸ਼ ਭਗਤ ਨੇ ਅਧਿਕਾਰ ਕੀਤਾ ਸੀ, ਬੁਰਬੋ ਰਾਜੇ ਨੂੰ ਹਰਾ ਕੇ। 1860 ਵਿੱਚ ਨੇਪਲਸ ਅਤੇ ਸਿਸਲੀ, ਇੱਥੇ ਬੁਰਬੋ ਵੰਸ਼ ਦੇ ਰਾਜਿਆਂ ਦਾ ਹੀ ਰਾਜ ਸੀ। ਇੱਥੇ ਇੱਕ ਕਈ ਨਕਸ਼ਿਆਂ ਵਿੱਚ ਆਹ ਵਾਲਾ ਟਾਪੂ ਵੀ ਦਿਖਾਇਆ ਹੁੰਦਾ ਹੈ, ਕਈਆਂ ਵਿੱਚ ਨਹੀਂ ਹੁੰਦਾ, ਪਰ ਜੇ ਬਣਿਆ ਹੋਵੇ ਤੁਸੀਂ ਇੱਥੇ ਕੋਰਸਿਕਾ ਲਿਖ ਦੇਣਾ ਹੈ। ਇਹ ਫਰਾਂਸ ਦੇ ਕਬਜ਼ੇ ਦੇ ਵਿੱਚ ਸੀਗਾ, ਇਹਦੇ ਉੱਤੇ ਫਰਾਂਸ ਦਾ ਹੀ ਅਧਿਕਾਰ ਸੀ। ਇਟਲੀ ਦਾ ਇਹ ਏਰੀਆ ਕਦੀ ਹੁੰਦਾ ਸੀ, ਪਰ ਇਹ ਫਰਾਂਸ ਦੇ ਕਬਜ਼ੇ ਵਿੱਚ ਸੀ, ਫਰਾਂਸੀਸੀ ਸਾਮਰਾਜ ਦਾ ਹਿੱਸਾ ਸੀ। ਹੁਣ ਦੇਖੋ ਆਹ ਪੀਡਮਾਂਟ ਦਾ ਰਾਜ ਹੈ। ਪੀਡਮਾਂਟ ਦੇ ਰਾਜ ਨੂੰ ਮੱਧ ਇਟਲੀ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਮਿਲਾਉਣ ਵਾਸਤੇ ਆਪਣੇ 2 ਇਲਾਕੇ ਫਰਾਂਸ ਨੂੰ ਦੇਣੇ ਪਏ ਸੀ, ਉਹ ਸੀ ਸੇਵਾਏ ਅਤੇ ਨੀਸ। ਸੇਵਾਏ ਅਤੇ ਨੀਸ। ਉਹਦਾ ਕਾਰਨ ਇਹੀ ਸੀਗਾ
ਕਿ ਪੀਡਮਾਂਟ ਦੇ ਰਾਜ ਨੂੰ ਡਰ ਸੀ ਕਿ ਜੇਕਰ ਮੱਧ ਇਟਲੀ ਦੇ ਰਾਜ ਉਹਨਾਂ ਦੇ ਰਾਜ ਦਾ ਹਿੱਸਾ ਬਣੇ ਤਾਂ ਫਰਾਂਸ ਕਿਤੇ ਉਹਦੇ ਵਿੱਚ ਰੁਕਾਵਟ ਨਾ ਪੈਦਾ ਕਰੇ, ਅਤੇ ਇਸੇ ਕਰਕੇ ਪਹਿਲਾਂ ਕੀਤੇ ਇੱਕ ਪ੍ਰੋਮਿਸ ਦੇ ਮੁਤਾਬਕ ਉਹਨਾਂ ਨੇ ਇਹ 2 ਇਲਾਕੇ ਜਿਹੜੇ ਸੀ, ਆਪਣੇ 2 ਇਲਾਕੇ ਇਟਾਲੀਅਨ ਇਲਾਕੇ ਫਰਾਂਸ ਨੂੰ ਦੇ ਦਿੱਤੇ ਸੀ, ਸੇਵਾਏ ਅਤੇ ਨੀਸ। ਬਾਕੀ ਮੈਜ਼ਨੀ, ਗੈਰੀਬਾਲਡੀ, ਕਾਬੂਰ, ਉਹਨਾਂ ਦੇ ਯੋਗਦਾਨ ਤੋਂ ਤਾਂ ਅਸੀਂ ਇਨਕਾਰ ਕਰ ਹੀ ਨਹੀਂ ਸਕਦੇ। ਹੁਣ ਦੇਖੋ ਜਿਹੜੇ ਦੱਖਣੀ ਇਟਲੀ ਦੇ ਰਾਜ ਸੀ ਨੇਪਲਜ਼ ਅਤੇ ਸਿਸਲੀ, ਕਿਉਂਕਿ ਇੱਥੇ ਬੁਰਬੋ ਵੰਸ਼ ਦੇ ਰਾਜਿਆਂ ਦਾ ਰਾਜ ਸੀ, ਇਸ ਕਰਕੇ ਇੱਥੇ ਇੱਕ ਲਾਈਨ ਵਿੱਚ ਐਡੀਸ਼ਨ ਆਪਾਂ ਕਰਾਂਗੇ। ਇੱਥੇ ਅਸੀਂ ਲਿਖਾਂਗੇ 2 ਸਿਸਲੀਆਂ ਦਾ ਰਾਜ, 2 ਸਿਸਲੀਆਂ ਦਾ ਰਾਜ। ਹਾਂਜੀ ਬੱਚੇ, ਇਸ ਤਰ੍ਹਾਂ ਸਾਡਾ ਮੈਪ ਆਲਮੋਸਟ ਕੰਪਲੀਟ ਹੈ। ਤੁਸੀਂ ਇੰਨਾ ਕੁ ਹੀ ਇਹਨੂੰ ਡਰਾਅ ਕਰੋਗੇ ਅਤੇ ਇਹਦੀ ਪ੍ਰੈਕਟਿਸ ਕਰੋ। ਧੰਨਵਾਦ।